ਇੱਕ ਬਾਣੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਤਨਾਮ ਸਿੰਘ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਮਿਲਾਇਆ ਜਾਏ ਜਿਨ੍ਹਾਂ ਨੇ ਲਾਈਫ ਵਿੱਚ ਕੁਛ ਨਾ ਕੁਛ ਅਚੀਵ ਕੀਤਾ ਹੋਇਆ ਹੈ। ਇਸ ਤਰ੍ਹਾਂ ਦੀ ਸ਼ਖਸੀਅਤ ਅੱਜ ਸਾਡੇ ਕੋਲ ਪਹੁੰਚੇ ਨੇ ਸਰਦਾਰ ਹਰਪ੍ਰੀਤ ਸਿੰਘ ਜੀ, ਜੋ ਕਿ ਇੱਕ ਬਾਈਕਰ ਨੇ ਤੇ ਇਹਨਾਂ ਨੇ ਆਲ ਇੰਡੀਆ ਬਾਈਕਰ ਰੈਲੀ ਵਿੱਚ ਪਾਰਟਿਸਿਪੇਟ ਕੀਤਾ ਸੀ, ਜੋ ਕਿ ਭਾਰਤ ਸਰਕਾਰ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਦਾ ਮੋਟੋ ਸੀ ਫਿਟ ਇੰਡੀਆ ਮੂਵਮੈਂਟ ਨੂੰ ਪ੍ਰਮੋਟ ਕਰਨਾ। ਇਸ ਰੈਲੀ ਵਿੱਚ 75 ਬਾਈਕਰਾਂ ਨੇ ਪਾਰਟਿਸਿਪੇਟ ਕੀਤਾ ਸੀ। 75 ਆਈਕੋਨਿਕ ਪਲੇਸਾਂ 'ਤੇ ਇਹਨਾਂ ਨੇ ਬਾਈਕ ਰੈਲੀ ਲੈ ਜਾ ਕੇ ਉਹਨਾਂ ਜਗ੍ਹਾਵਾਂ ਤੋਂ ਰੂਬਰੂ ਕਰਾਇਆ। ਆਓ ਤੁਹਾਨੂੰ ਮਿਲਾਉਂਦੇ ਹਾਂ ਵੀਰ ਹਰਪ੍ਰੀਤ ਸਿੰਘ ਜੀ ਹੋਰਾਂ ਨਾਲ, ਜੋ ਕਿ ਅੱਜ ਸਾਡੀ ਸਟੂਡੀਓ ਵਿੱਚ ਪਹੁੰਚੇ ਨੇ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਰਪ੍ਰੀਤ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਕਿਵੇਂ ਤੁਹਾਨੂੰ ਬਾਈਕਰ ਬਣਨ ਦਾ ਸ਼ੌਂਕ ਆਇਆ ਤੇ ਕਿਵੇਂ ਤੁਹਾਡਾ ਅੱਜ ਤੱਕ ਦਾ ਸਫ਼ਰ ਰਿਹਾ ਹੈ। ਵੀਰ ਜੀ, ਬਾਈਕ ਦਾ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਹੀ ਸੀ ਔਰ ਮੈਂ ਸ਼ੁਰੂ ਤੋਂ ਹੀ ਰਾਈਡ ਵਗੈਰਾ ਵਿੱਚ ਬਹੁਤ ਇੰਟਰਸਟ ਲੈਂਦਾ ਰਹਿੰਦਾ ਸੀ, ਕਿਉਂਕਿ ਬਾਈਕ ਦਾ ਮਤਲਬ ਹੈ ਫਰੀडम। ਕਿਉਂਕਿ ਬਾਈਕ 'ਤੇ ਅਸੀਂ ਬਹਿੰਦੇ ਹਾਂ ਅਤੇ ਸਾਡੀ ਉਹਦੇ ਨਾਲ ਕੰਪੈਟੀਬਿਲਿਟੀ ਆਟੋਮੈਟਿਕਲੀ ਹੋ ਜਾਂਦੀ ਹੈ। ਜਿਸ ਤਰ੍ਹਾਂ ਸਾਡੇ ਦੋ ਪੈਰ ਨੇ, ਬਾਈਕ ਦੇ ਦੋ ਵੀਲਸ ਨੇ, ਅਤੇ ਕੰਪੈਟੀਬਿਲਿਟੀ ਹੈ ਸਾਡੀ ਆਪਸ 'ਤੇ। ਜਿਸ ਤਰ੍ਹਾਂ ਅਸੀਂ ਰਾਈਡ ਕਰਦੇ ਹਾਂ, ਫਰੀडम ਫੀਲ ਹੁੰਦੀ ਹੈ ਔਰ ਬੜਾ ਆਪਣੇ ਆਪ 'ਚ ਅੱਛਾ ਲੱਗਦਾ ਹੈ। ਬਸ ਉਸ ਚੀਜ਼ ਨੂੰ ਅੱਗੇ ਲੈ ਕੇ ਕੰਟੀਨਿਊ ਕਰਦੇ ਰਹੇ ਅਤੇ ਬਾਈਕ ਰੈਲੀਜ਼ ਵਿੱਚ ਪਾਰਟੀਸਪੇਟ ਕਰਦੇ ਰਹੇ, ਬਾਈਕਿੰਗ ਕਰਦੇ ਰਹੇ, ਲੋਕਲ ਲੈਵਲ 'ਤੇ ਵੀ ਕਰਦੇ ਰਹੇ ਔਰ ਇੰਟਰ ਸਟੇਟਸ ਵਗੈਰਾ ਵੀ, ਨੈਸ਼ਨਲ ਲੈਵਲ 'ਤੇ ਵੀ ਕਰਦੇ ਰਹੇ। ਔਰ ਮੈਂ ਕਾਫੀ ਸਾਰੀ ਰੈਲੀਜ਼ ਵਿੱਚ ਵੀ ਪਾਰਟੀਸਪੇਟ ਕੀਤਾ ਹੈ, ਕੰਪੀਟੀਸ਼ਨਸ ਵੀ ਪਾਰਟੀਸਪੇਟ ਕੀਤਾ। ਤੋ ਸ਼ੌਂਕ ਬਣਿਆ ਰਿਹਾ ਸ਼ੁਰੂ ਤੋਂ ਹੀ ਮੇਰਾ। ਵੀਰ ਜੀ, ਤੁਸੀਂ ਗਵਰਨਮੈਂਟ ਜੋਬ ਕਰਦੇ ਹੋ, ਐਗਰੀਕਲਚਰ ਡਿਪਾਰਟਮੈਂਟ 'ਚ। ਤੁਸੀਂ ਕਿਵੇਂ ਟਾਈਮ ਕੱਢਣਾ ਬੜਾ ਔਖਾ ਹੁੰਦਾ ਹੋਣਾ ਤੁਹਾਡੇ ਵਾਸਤੇ ਕਿ ਇੱਕ ਟਾਈਮ ਕੱਢ ਕੇ ਬਾਈਕ ਰੈਲੀ 'ਤੇ ਜਾਣਾ, ਅਤੇ ਕਿਵੇਂ ਸਫ਼ਰ ਸ਼ੁਰੂ ਹੋਇਆ? ਆਪਣੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਜੀ। ਜੀ ਬਿਲਕੁਲ, ਮੈਂ ਗਵਰਨਮੈਂਟ ਐਗਰੀਕਲਚਰ ਡਿਪਾਰਟਮੈਂਟ 'ਚ ਜੋਬ ਕਰਦਾ, ਇਸ ਲਈ ਮੇਰੀ ਡਿਊਟੀ ਉਧਮਪੁਰ ਹੈ ਔਰ ਮੈਂ ਜੰਮੂ ਰਹਿੰਦਾ। ਅਤੇ ਬੇਸਿਕਲੀ ਜੋਬ ਵਿੱਚੋਂ ਟਾਈਮ ਕੱਢਣਾ ਬੜਾ ਔਖਾ ਹੈ। ਛੁੱਟੀ ਵਾਲੇ ਦਿਨ ਹੀ ਕਦੇ ਜਾਂ ਕੋਈ ਹੌਲੀਡੇ ਵਗੈਰਾ ਆ ਜਾਏ ਤਾਂ ਉਸ ਦਿਨ ਅਸੀਂ ਰਾਈਡ ਵਗੈਰਾ ਕਰਦੇ ਹਾਂ, ਇਸ ਨੂੰ ਆਪਣੇ ਸ਼ੌਂਕ ਨੂੰ ਕੰਟੀਨਿਊ ਰੱਖਣ ਵਾਸਤੇ। ਔਰ ਦੂਸਰਾ ਇਹ ਕਿ ਸਪੈਸ਼ਲੀ ਇਸ ਰਾਈਡ ਦੀ ਅਗਰ ਗੱਲ ਕਰੀਏ, ਜਿਹੜੀ ਭਾਰਤ ਦੀ ਆਜ਼ਾਦੀ ਦੇ 75 ਸਾਲ ਦੇ ਉਪਲਕਸ਼ 'ਤੇ ਭਾਰਤ ਸਰਕਾਰ ਵੱਲੋਂ ਰੈਲੀ ਆਯੋਜਿਤ ਕੀਤੀ ਗਈ। ਇਹਦੇ ਵਿੱਚ ਬੇਸਿਕਲੀ 75 ਰਾਈਡਰ ਆਲ ਅਕਰੋਸ ਦ ਕੰਟਰੀ ਸਿਲੈਕਟ ਹੋਏ ਸੀਗੇ, ਜਿਹਦੇ 'ਚੋਂ JNK 'ਚੋਂ ਮੈਂ ਇਕੱਲਾ ਹੀ ਸਿਲੈਕਟ ਹੋਇਆ। ਔਰ ਇਸ ਰਾਈਡ ਦੀ ਜਦੋਂ ਮੈਨੂੰ ਸਿਲੈਕਸ਼ਨ ਲੈਟਰ ਆਈ, ਆਫਰ ਲੈਟਰ ਆਈ, ਅਤੇ ਮੈਂ ਉਹ ਲੈਟਰ ਆਪਣੇ ਸਾਡੇ ਜਿਹੜੇ ਚੀਫ ਸਾਹਿਬ ਹਨ ਉਧਮਪੁਰ ਦੇ, ਸ਼੍ਰੀ ਸੰਜੇ ਆਨੰਦ ਜੀ, ਮੈਂ ਉਹਨਾਂ ਦੇ ਅੱਗੇ ਲੈਟਰ ਰੱਖੀ ਅਤੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ, ਉਹਨਾਂ ਨੇ ਬਹੁਤ ਸਾਥ ਦਿੱਤਾ ਔਰ ਮੇਰੀ ਵਿਦ ਸੈਲਰੀ ਉਹਨਾਂ ਨੇ ਮੈਨੂੰ ਔਨ ਡਿਊਟੀ ਕਰਕੇ ਭੇਜਿਆ। ਕਿਉਂਕਿ ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਰਾਈਡ ਸੀ, ਜਿਹਨੂੰ ਗੌਰਮੈਂਟ ਬੜੇ ਜ਼ੋਰ ਸ਼ੋਰ ਨਾਲ ਪ੍ਰਮੋਟ ਕਰ ਰਹੀ ਹੈ, ਅਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ। ਉਹਨਾਂ ਦੇ ਸਹਿਯੋਗ ਦੀ ਵਜ੍ਹਾ ਨਾਲ ਮੈਂ ਇਹ ਰਾਈਡ ਕਰ ਪਾਇਆ। ਅਦਰਵਾਈਜ਼ ਰਾਈਡ ਵਿੱਚੋਂ, ਆਪਣੀ ਜੋਬ ਵਿੱਚੋਂ 3 ਮਹੀਨੇ ਦਾ ਟਾਈਮ ਕੱਢ ਕੇ ਰਾਈਡ 'ਤੇ ਜਾਣਾ ਬੜਾ ਔਖਾ ਕੰਮ ਹੈ। ਇਹ ਜੀ ਜਾਣਨਾ ਚਾਹਾਂਗੇ ਕਿ ਹੋਰ ਕਿੰਨੇ ਸਿੱਖ ਵੀਰ ਇਸ ਰੈਲੀ ਵਿੱਚ ਪਾਰਟਿਸਿਪੇਟ ਕੀਤਾ ਸੀ, ਜਾਂ ਤੁਸੀਂ ਇਕੱਲੇ ਹੀ ਸੀ ਇਸ ਰੈਲੀ ਵਿੱਚ ਪਾਰਟਿਸਿਪੇਟ? ਜੀ ਮੈਂ JNK 'ਚੋਂ ਜਿਹੜੇ ਸਿਲੈਕਟ ਹੋ ਕੇ ਗਿਆ ਸੀ, ਅਤੇ ਮੈਂ ਇਕੱਲਾ ਹੀ ਸਿਲੈਕਟ ਹੋਇਆ, ਅਤੇ ਮੈਂ ਬੜਾ ਆਪਣੇ ਆਪ 'ਚ ਫਖਰ ਮਹਿਸੂਸ ਕੀਤਾ ਕਿ ਬੀਇੰਗ ਅ ਸਿੱਖ ਮੇਰੀ ਸਿਲੈਕਸ਼ਨ ਹੋਈ ਹੈ। ਔਰ ਜਿਹੜੇ ਅੱਗੇ ਅਸੀਂ ਉੱਥੇ ਦਿੱਲੀ ਪਹੁੰਚੇ, ਅਤੇ ਉੱਥੇ ਵੀ ਮੈਂ ਜਾ ਕੇ ਵੇਖਿਆ ਕਿ ਮੈਂ ਪੂਰੇ ਇੰਡੀਆ ਵਿੱਚੋਂ ਇਕੱਲਾ ਹੀ ਸਿੱਖ ਸਿਲੈਕਟ ਹੋਇਆ, ਅਤੇ ਉਸ ਚੀਜ਼ ਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਅਤੇ ਅੱਛਾ ਲੱਗਿਆ। ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਕਿ ਇੱਕ ਇਕੱਲਾ ਸਿੱਖ, ਉਹ ਵੀ ਜੰਮੂ ਤੋਂ, ਰਿਪਰਜੈਂਟ ਕਰ ਰਿਹਾ ਪੂਰੀ ਰੈਲੀ ਨੂੰ, ਪੂਰੀ ਸਿੱਖ ਕੌਮ ਨੂੰ ਰਿਪਰਜੈਂਟ ਕਰ ਰਿਹਾ ਹੈ। ਬਹੁਤ ਅੱਛਾ ਲੱਗਦਾ ਹੈ ਸੁਣ ਕੇ। ਕਿਵੇਂ ਤੁਹਾਨੂੰ ਇਸ ਰੈਲੀ ਵਿੱਚ ਪਾਰਟਿਸਿਪੇਟ ਕਰਨ ਦਾ ਮੋਟੀਵੇਸ਼ਨ ਆਈ, ਅਤੇ ਕਿਵੇਂ ਤੁਸੀਂ ਇਹਦੇ ਵਿੱਚ ਜਾ ਕੇ ਪਾਰਟਿਸਿਪੇਟ ਕੀਤਾ? ਕੀ ਫਾਰਮੈਲਿਟੀਜ਼ ਰਹੀਆਂ ਉਹਦੇ ਵਾਸਤੇ? ਦੇਖੋ ਜੀ, ਰਾਈਡ ਦਾ ਸ਼ੌਂਕ ਤੋਂ ਸ਼ੁਰੂ ਤੋਂ ਹੀ ਸੀ, ਅਤੇ ਕੁਛ ਸੋਰਸਿਸ ਦੇ ਥਰੂ ਪਤਾ ਲੱਗਿਆ ਸੀ ਕਿ ਗੌਰਮੈਂਟ ਆਫ ਇੰਡੀਆ ਵੱਲੋਂ ਕੁਛ ਇੱਕ ਰੈਲੀ ਆਯੋਜਿਤ ਹੋ ਰਹੀ ਹੈ 75ਵੀਂ ਸਾਲਗਿਰਾ 'ਤੇ ਆਜ਼ਾਦੀ ਦੀ। ਔਰ ਉਸ ਦੇ ਬਾਅਦ ਪਤਾ ਲੱਗਿਆ ਕਿ ਵੈਬਸਾਈਟ 'ਤੇ ਉਹਨਾਂ ਨੇ ਇੱਕ ਫਾਰਮ ਅਪਲੋਡ ਕੀਤਾ, ਜਿਹੜਾ ਅਸੀਂ ਫਿਲਅਪ ਕਰਨਾ ਹੈ ਔਰ ਵਾਪਸ ਸਬਮਿਟ ਕਰਨਾ ਹੈ। ਉਹਦੇ ਨਾਲ ਉਹਨਾਂ ਨੇ ਸਾਡੇ ਕੋਲੋਂ ਪ੍ਰੂਫ ਮੰਗੇ ਸੀ ਕਿ ਤੁਸੀਂ ਰਾਈਡਿੰਗਸ ਵਗੈਰਾ ਕਰ ਰਹੇ ਹੋ, ਕੋਈ ਪਾਰਟੀਸਪੇਟ ਕੀਤਾ ਕਿਸੇ ਰੈਲੀ ਵਿੱਚ ਜਾਂ ਕਿਸੇ ਕੰਪੀਟੀਸ਼ਨ 'ਚ। ਅਤੇ ਅਕੋਰਡਿੰਗਲੀ ਮੇਰੇ ਕੋਲ ਸਰਟੀਫਿਕੇਟ ਸੀਗੇ, ਫੋਟੋਗ੍ਰਾਫ ਸੀਗੇ, ਮੈਂ ਉਹ ਸ਼ੇਅਰ ਕੀਤੇ ਔਨਲਾਈਨ। ਉਹ ਸਾਰੀ ਫਾਰਮੈਲਿਟੀਜ਼ ਜੋ ਉਹਨਾਂ ਦੀ ਸੀਗੀਆਂ ਉਹ ਸਾਰੀ ਪੂਰੀ ਕੀਤੀਆਂ ਔਰ ਇਸ ਪ੍ਰੋਸੈਸ ਵਿੱਚ ਕਮ ਸੇ ਕਮ 3-4 ਮਹੀਨੇ ਲੱਗ ਗਏ।
और ये प्रोसैस शुरू होए ਨੂੰ 1 ਸਾਲ ਹੋ ਗਿਆ ਸੀ ਤੇ ਇਹ 3-4 ਮਹੀਨੇ ਜਿਹੜੇ ਸਿਲੈਕਸ਼ਨ ਹੋ ਗਈ ਉਹਦੇ ਬਾਅਦ 3-4 ਮਹੀਨੇ ਲੱਗੇ ਸਾਰੀ ਫਾਰਮੈਲਿਟੀਜ਼ ਪੂਰੀ ਕਰਦੇ ਉਹਦੇ ਬਾਅਦ ਫਾਈਨਲੀ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਦਿੱਲੀ ਵਿੱਚ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਕਿੱਥੋਂ ਸ਼ੁਰੂ ਹੋਈ ਇਹ ਰੈਲੀ ਤੇ ਕਿੰਨਾ ਸਟੇਟਾਂ 'ਚੋਂ ਹੁੰਦੀ ਹੋਈ, ਕਿੱਥੇ ਰੈਲੀ ਪਹੁੰਚੀ ਤੇ ਕਿਵੇਂ ਦਾ ਰਿਸਪੌਂਸ ਰਿਹਾ ਜਦ ਤੁਸੀਂ ਸਟੇਟ ਟੂ ਸਟੇਟ ਟਰੈਵਲ ਕਰਦੇ ਸੀ, ਕਿਵੇਂ ਸਰਕਾਰਾਂ ਤੁਹਾਨੂੰ ਰਿਸਪੌਂਡ ਕਰਦੀਆਂ ਸੀ, ਕਿਵੇਂ ਦਾ ਅੱਗੇ ਫੈਸਿਲਿਟੀਜ਼ ਮਿਲਦੀਆਂ ਸੀ ਤੁਹਾਨੂੰ? ਜੀ ਇਹ ਰੈਲੀ ਜੀ 9 ਸਤੰਬਰ ਨੂੰ ਦਿੱਲੀ ਤੋਂ ਸ਼ੁਰੂ ਹੋਈ ਸੀ ਜਿਹਦੇ ਵਿੱਚ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਇਹਨੂੰ ਫਲੈਗ ਆਫ ਕੀਤਾ ਸੀ। ਇਹ ਰੈਲੀ ਉੱਥੋਂ 9 ਸਤੰਬਰ ਨੂੰ ਨਿਕਲੀ ਔਰ ਸਭ ਤੋਂ ਪਹਿਲਾਂ ਹਰਿਆਣਾ, ਪੰਜਾਬ, JNK ਹੁੰਦੀ ਹੋਈ ਲੱਦਾਖ, ਔਰ ਉੱਥੋਂ ਅਸੀਂ ਲੱਦਾਖ 'ਚ 3-4 ਦਿਨ ਰਹੇ ਔਰ ਲੱਦਾਖ ਤੋਂ ਬਾਅਦ ਅਸੀਂ ਹਿਮਾਚਲ ਐਂਟਰ ਕੀਤਾ, ਹਿਮਾਚਲ, ਉੱਤਰਾਖੰਡ, UP, ਬਿਹਾਰ, ਵੈਸਟ ਬੰਗਾਲ ਔਰ ਉੱਥੋਂ ਅਸੀਂ ਨਾਰਥ ਈਸਟ ਮਤਲਬ ਲਾਈਕ ਸਿੱਕਿਮ। ਤੁਸੀਂ ਸਾਰੀਆਂ ਹੀ ਸਟੇਟਾਂ ਕਵਰ ਕਰ ਦਿੱਤੀਆਂ ਇਸ ਤਰ੍ਹਾਂ? ਬੇਸਿਕਲੀ ਸਾਡਾ ਮਿਸ਼ਨ ਇਹੋ ਸੀ ਕਿ ਪੂਰੇ ਇੰਡੀਆ ਨੂੰ ਕਵਰ ਕਰਨਾ ਜਿਹਦੇ ਵਿੱਚ 34 ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਹਨ ਔਰ ਇਹਦੇ ਨਾਲ ਇੱਕ ਸਭ ਤੋਂ ਵੱਡੀ ਉਪਲਬਧੀ ਵਾਲੀ ਗੱਲ ਇਹ ਹੈ ਕਿ ਅਸੀਂ ਇਹਦੇ ਵਿੱਚ 6 ਇੰਟਰਨੈਸ਼ਨਲ ਬਾਰਡਰਸ ਜਿਹੜੇ ਨੇ ਸਾਡੇ ਇੰਡੀਆ ਦੇ ਨਾਲ ਲੱਗਦੇ ਨੇ ਉਹ ਬਾਰਡਰ ਵਿਜ਼ਿਟ ਵੀ ਕੀਤੇ, ਜਿੱਦਾਂ ਚਾਈਨਾ, ਪਾਕਿਸਤਾਨ, ਸਾਡਾ ਨੇਪਾਲ, ਭੂਟਾਨ, ਮਿਆਂਮਾਰ ਔਰ ਬੰਗਲਾਦੇਸ਼। ਇਹ 6 ਇੰਟਰਨੈਸ਼ਨਲ ਬਾਰਡਰ ਵੀ ਅਸੀਂ ਵਿਜ਼ਿਟ ਕੀਤੇ ਔਰ ਇਹਦੇ ਨਾਲ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਇਸ ਰਾਈਡ ਵਿੱਚ ਸਾਡੀ ਰਹੀ ਉਹ ਸਿਆਚਿਨ ਬੇਸ ਕੈਂਪ ਜਿਹੜਾ ਸਾਡਾ ਆਰਮੀ ਦਾ, ਜਿੱਥੇ ਸਿਵਲੀਅਨਸ ਅਲਾਉਡ ਨਹੀਂ ਹਨ ਜਾਣਾ, ਅਸੀਂ ਉੱਥੇ ਗੌਰਮੈਂਟ ਵੱਲੋਂ ਇਸ ਰਾਈਡ ਦੇ ਥਰੂ ਗਏ। ਉੱਥੇ ਸਾਡਾ ਆਰਮੀ ਦੇ ਜਵਾਨਾਂ ਨਾਲ ਬਹੁਤ ਅੱਛਾ ਇੰਟਰੈਕਸ਼ਨ ਹੋਇਆ ਔਰ ਅਸੀਂ ਉੱਥੇ ਆਰਮੀ ਨਾਲ ਲੰਚ ਕੀਤਾ ਉਹਨਾਂ ਦੇ ਉਸ ਜਗ੍ਹਾ 'ਤੇ ਜਿੱਥੇ ਸਾਡੇ ਆਰਮੀ ਦੇ ਕਈ ਜਵਾਨ, ਕਈ ਆਫਿਸਰਸ ਉਹ ਉੱਥੇ ਬਹਿ ਕੇ ਖਾ ਚੁੱਕੇ ਹੋਣਗੇ ਜਿਹੜੇ ਅੱਜ ਸਾਡੇ ਵਿੱਚ ਸ਼ਾਇਦ ਨਹੀਂ ਹਨ, ਜਿਨ੍ਹਾਂ ਨੇ ਇਸ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨਾਂ ਦਿੱਤੀਆਂ, ਉਹ ਵੀ ਉੱਥੇ ਬਹਿ ਕੇ ਕਦੇ ਗਏ ਹੋਣੇ ਨੇ। ਅਸੀਂ ਉੱਥੇ ਬੈਠ ਕੇ ਇਸ ਚੀਜ਼ ਦਾ ਬੜਾ ਫਖਰ ਮਹਿਸੂਸ ਕੀਤਾ, ਬੜਾ ਅੱਛਾ ਲੱਗਿਆ। ਹਰਪ੍ਰੀਤ ਵੀਰ ਜੀ, ਇਸ ਰੈਲੀ ਦੌਰਾਨ ਕਿੰਨੇ ਕਿਲੋਮੀਟਰ ਦਾ ਸਫ਼ਰ ਰਿਹਾ ਤੇ ਕਿਸ ਵੇਲੇ ਬ੍ਰੇਕ ਦਾ ਟਾਈਮ ਹੁੰਦਾ ਸੀ? ਕਿਆ ਦਿਨ ਰਾਤ ਇਹ ਰੈਲੀ ਚੱਲਦੀ ਸੀ ਜਾਂ ਕਿਤੇ ਜਾ ਕੇ ਬ੍ਰੇਕ ਵੀ ਮਿਲਦੀ ਸੀ? ਵੀਰ ਜੀ ਇਹ ਪੂਰੀ ਰਾਈਡ ਜਿਹੜੀ ਹੈ 18,000+ ਕਿਲੋਮੀਟਰ ਦੀ ਰਾਈਡ ਸੀ ਜਿਹੜੀ ਅਸੀਂ 75 ਦਿਨਾਂ 'ਚ ਪੂਰੀ ਕੀਤੀ ਹੈ। ਇਹਦੇ ਵਿੱਚ ਸਾਡਾ ਕਿਤੇ ਵੀ ਅਸੀਂ ਜਿੱਥੇ ਅਗਲੇ ਸੂਬੇ ਜਾਂਦੇ ਸੀ ਸਾਡਾ ਰਹਿਣ ਦਾ ਪ੍ਰਬੰਧ, ਖਾਣਾ ਪੀਣਾ ਸਭ ਪਹਿਲਾਂ ਤੋਂ ਹੀ ਸਰਕਾਰ ਦੁਆਰਾ ਫਿਕਸ ਹੁੰਦਾ ਸੀ। ਸਾਡੇ ਨਾਲ ਇੱਕ ਆਰਗੇਨਾਈਜ਼ਿੰਗ ਟੀਮ ਵੀ ਨਾਲ ਹੀ ਚੱਲਦੀ ਸੀ ਜਿਹਦੇ ਵਿੱਚ ਸਾਡੇ ਆਰਗੇਨਾਈਜ਼ਰ ਸੀਗੇ, ਇੱਕ ਬੈਕਅਪ ਵਹੀਕਲ ਸਾਡੇ ਨਾਲ ਸੀ ਤਾਂ ਕਿ ਕਿਸੇ ਦੀ ਗੱਡੀ ਦੀ ਕੋਈ ਪਰੇਸ਼ਾਨੀ ਬਣ ਜਾਏ ਜਾਂ ਕੁਛ ਤੇ ਉਹਨੂੰ ਮਕੈਨੀਕਲ ਸਪੋਰਟ ਦਿੱਤੀ ਜਾ ਸਕੇ ਮੌਕੇ 'ਤੇ। ਅਗਰ ਉਹ ਉੱਥੇ ਠੀਕ ਹੋਣ ਯੋਗ ਹੋਵੇ ਤੇ ਉਹ ਕਰ ਦਿੰਦੇ ਸੀ, ਅਗਰ ਕੋਈ ਲੰਬਾ ਪ੍ਰੋਸੀਜਰ ਹੈ ਤੇ ਫਿਰ ਉਹ ਗੱਡੀ ਅਸੀਂ ਆਟੋਮੋਬਾਈਲ 'ਤੇ ਪਾ ਕੇ ਅਸੀਂ ਨਾਲ ਹੀ ਲੈ ਜਾਂਦੇ ਸੀ ਔਰ ਅਗਲੇ ਸਟੇਸ਼ਨ 'ਤੇ ਉਹਨੂੰ ਓਕੇ ਕਰਕੇ ਤੇ ਰਾਈਡਰ ਨੂੰ ਵਾਪਸ ਦੇ ਦਿੰਦੇ ਸੀ। ਔਰ ਐਕਸਟਰਾ ਰਾਈਡਰ ਵੀ ਸਾਡੇ ਨਾਲ ਰਹਿੰਦੇ ਸੀਗੇ ਗੱਡੀਆਂ ਵਿੱਚ, ਜਿੱਦਾਂ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ, ਕੋਈ ਪੇਨ ਹੋ ਗਈ, ਕੋਈ ਬਿਮਾਰ ਹੋ ਗਿਆ ਤੇ ਉਹਦੀ ਬਾਈਕ ਕੋਈ ਹੋਰ ਰਾਈਡਰ ਵੀ ਚਲਾ ਕੇ ਅਸੀਂ ਅਗਲੇ ਸਫ਼ਰ ਨੂੰ ਕੰਟੀਨਿਊ ਕਰਦੇ ਸੀ ਤੇ ਇਸ ਤਰ੍ਹਾਂ ਹੀ ਇਹ ਪ੍ਰੋਸੈਸ ਸਾਰਾ ਚੱਲਦਾ ਰਿਹਾ ਸੀ। ਤੇ 18,000 ਕਿਲੋਮੀਟਰ ਦੇ ਦੌਰਾਨ ਅਸੀਂ ਹਰ 6 ਦਿਨ ਦੇ ਬਾਅਦ ਸਾਨੂੰ ਇੱਕ ਦਿਨ ਦੀ ਬ੍ਰੇਕ ਹੁੰਦੀ ਸੀਗੀ, ਜਿੱਦਾਂ ਸੰਡੇ ਹੁੰਦਾ ਵੀਕ ਦੇ ਵਿੱਚ, ਇਸ ਤਰ੍ਹਾਂ 6 ਦਿਨ ਦੇ ਬਾਅਦ ਸਾਨੂੰ ਇੱਕ ਬ੍ਰੇਕ ਮਿਲਦੀ ਸੀ ਜਿਹਦੇ ਵਿੱਚ ਅਸੀਂ ਆਪਣਾ ਕੱਪੜੇ ਵਗੈਰਾ ਧੋਣੇ, ਸਾਫ਼ ਸਫਾਈ ਕਰਨੀ, ਬਾਈਕ ਦੀ ਰਿਪੇਅਰ ਵਗੈਰਾ ਕਰਨੀ, ਇਸ ਤਰ੍ਹਾਂ ਦਾ ਸਾਨੂੰ ਟਾਈਮ ਦਿੱਤਾ ਜਾਂਦਾ ਸੀ। ਕੀ ਵੀਰ ਜੀ ਇਹ ਦਿਨ ਰਾਤ ਚੱਲਦੀ ਸੀ ਰੈਲੀ ਜਾਂ ਰਾਤ ਨੂੰ ਸਟੇ ਹੁੰਦਾ ਸੀ ਅਲੱਗ-ਅਲੱਗ ਜਗ੍ਹਾਵਾਂ 'ਤੇ? ਅਸੀਂ ਸਵੇਰੇ 7 ਜਾਂ 7:30 'ਤੇ ਰਾਈਡ ਸ਼ੁਰੂ ਕਰ ਦਿੰਦੇ ਸੀਗੇ ਡੇਲੀ ਔਰ ਸ਼ਾਮ ਨੂੰ 6 ਵਜੇ ਤੱਕ ਇਹ ਰਾਈਡ ਚੱਲਦੀ ਸੀ। ਇਹ ਡੈਸਟੀਨੇਸ਼ਨ 'ਤੇ ਵੀ ਡਿਪੈਂਡ ਕਰਦਾ। ਕਈ ਵਾਰ ਅਸੀਂ ਰਾਤ ਨੂੰ 8 ਵਜੇ ਵੀ ਕਿਤੇ ਪਹੁੰਚੇ ਕਿਉਂਕਿ ਡਿਊ ਟੂ ਟ੍ਰੈਫਿਕ ਕੰਡੀਸ਼ਨਸ, ਰੋਡ ਕੰਡੀਸ਼ਨਸ ਰਾਈਡ ਸਲੋ ਵੀ ਚੱਲਦੀ ਹੈ। ਜੇ ਤੁਸੀਂ ਇਕੱਲੇ ਸਫ਼ਰ ਕਰਦੇ ਹੋ ਤਾਂ ਤੁਸੀਂ ਕਿੰਨਾ ਵੀ ਬਾਈਕ ਨੂੰ ਦੌੜਾ ਸਕਦੇ ਹੋ, ਮੈਕਸਿਮਮ ਡਿਸਟੈਂਸ ਕਵਰ ਕਰ ਸਕਦੇ ਹੋ, ਲੇਕਿਨ ਜਦੋਂ ਤੁਸੀਂ ਗਰੁੱਪ 'ਚ ਹੁੰਦੇ ਹੋ ਤਾਂ ਫਿਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ, ਸਾਰਿਆਂ ਨੂੰ ਦੇਖਣਾ ਹੁੰਦਾ, ਕੋਈ ਪਿੱਛੇ ਰਹਿ ਨਾ ਜਾਵੇ ਤੇ ਉਸ ਵਜ੍ਹਾ ਨਾਲ ਟਾਈਮ ਅੱਗੇ ਪਿੱਛੇ ਹੋ ਜਾਂਦਾ ਸੀ ਕਦੇ ਕਿਤੇ। ਲੇਕਿਨ ਇਹ ਹੈ ਕਿ ਅਸੀਂ ਰੈਗੂਲਰ ਚੱਲਦੇ ਰਹੇ ਔਰ ਲੰਚ ਟਾਈਮ 'ਤੇ ਇਕੱਠੇ ਬ੍ਰੇਕ ਕਰਦੇ ਸੀਗੇ ਦਿਨੇ। ਵੈਸੇ ਗਰੁੱਪਸ ਦੇ ਵਿੱਚ ਅਲੱਗ-ਅਲੱਗ ਚੱਲਦੇ ਸੀ ਲੇਕਿਨ ਸਾਨੂੰ ਮੈਸੇਜ ਆ ਜਾਂਦਾ ਸੀ ਕਿ ਮਤਲਬ ਇਸ ਜਗ੍ਹਾ 'ਤੇ ਸਾਰਿਆਂ ਨੇ ਇਕੱਠੇ ਹੋਣਾ, ਇੱਥੇ ਲੰਚ ਦਾ ਅਰੇਂਜਮੈਂਟ ਹੈ, ਇੱਥੇ ਇਸ ਤਰ੍ਹਾਂ, ਇੱਥੇ ਟੀ ਪਾਰਟੀ ਹੈ ਜਾਂ ਕੁਛ ਹੈ, ਅਤੇ ਉਹ ਸਾਰਾ ਪ੍ਰੋਸੈਸ, ਪੂਰਾ ਪ੍ਰੋਸੀਜਰ ਬਿਲਕੁਲ ਪਲੈਨਿੰਗ ਤਰੀਕੇ ਨਾਲ ਚੱਲ ਰਿਹਾ ਸੀ। ਸੁਰੱਖਿਆ ਬਾਰੇ ਗੱਲ ਕਰੀਏ ਤਾਂ ਅਕਸਰ ਹੀ ਰਾਈਡਰ ਜੋ ਹੁੰਦੇ ਨੇ ਆਪਣੇ ਪਰਸਨਲੀ ਕਰਦੇ ਨੇ। ਇਹ ਰੈਲੀ ਜੋ ਸੀ ਇੰਡੀਆ ਗਵਰਨਮੈਂਟ ਤਰਫੋਂ ਸਪੋਂਸਰਡ ਸੀ। क्या सुरक्षा ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਸੀ ਕਿ ਅਗਰ ਕੋਈ ਰਾਈਡਰ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਕਿਵੇਂ ਦੇ ਪ੍ਰਬੰਧ ਸੀਗੇ? ਜੀ ਦੇਖੋ, ਸਭ ਤੋਂ ਪਹਿਲੇ ਜਦੋਂ ਅਸੀਂ ਦਿੱਲੀ ਗਏ ਤਾਂ ਦਿੱਲੀ ਸਭ ਤੋਂ ਪਹਿਲੇ ਸੁਰੱਖਿਆ ਜਿਹੜੀ ਸਾਡੀ ਫਿਜ਼ੀਕਲ ਸੁਰੱਖਿਆ ਉਹਦੇ ਵਾਸਤੇ ਸਾਨੂੰ ਹੈਲਮਟ ਤੋਂ ਲੈ ਕੇ ਸ਼ੂਜ਼ ਤੱਕ
ਪੂਰੀ ਇੱਕ ਜਿਹੜੀ ਰਾਈਡਿੰਗ ਸੂਟ ਹੁੰਦਾ ਹੈ ਉਹ ਕਿੱਟ ਦਿੱਤੀ ਗਈ। ਕਿੱਟ ਉਹਨੂੰ ਰਾਈਡਿੰਗ ਸੂਟ ਅਸੀਂ ਉਹਨਾਂ ਕੋਲੋਂ ਸਾਨੂੰ ਮਿਲਿਆ। ਉਹਦੇ ਬਾਅਦ ਸੁਰੱਖਿਆ ਦੇ ਤੌਰ ਤੇ ਸਾਡੀ ਗਰੁੱਪ ਇੰਸ਼ੋਰੈਂਸ ਹੁੰਦੀ ਹੈ ਰਾਈਡਿੰਗ ਇਸ ਇਵੈਂਟ ਦੀ ਕਰਕੇ ਗਰੁੱਪ ਇੰਸ਼ੋਰੈਂਸ ਹੋਈ, ਜਿਹੜੀ ਸਾਡੀ ਰਾਈਡਿੰਗ ਡੇਟ ਜਿਸ ਦਿਨ ਸਟਾਰਟ ਹੋਈ 9 ਸਤੰਬਰ ਤੋਂ ਲੈ ਕੇ 24 ਨਵੰਬਰ ਜਿਸ ਦਿਨ ਇਹ ਖਤਮ ਹੋਈ ਉਸ ਦਿਨ ਤੱਕ ਉਹ ਵੈਲਿਡ ਸੀ ਗਰੁੱਪ ਇੰਸ਼ੋਰੈਂਸ ਐਕਸੀਡੈਂਟਲ ਜੀ। ਉਹਦੇ ਇਲਾਵਾ ਜਦੋਂ ਅਸੀਂ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਐਂਟਰ ਕਰਦੇ ਸੀ ਤੇ ਹਰ ਸਟੇਟ ਵਿੱਚ ਹਰ ਸੂਬੇ ਵਿੱਚ ਸਾਨੂੰ ਅੱਗੇ ਇੱਕ ਪਾਇਲਟ ਵਹੀਕਲ ਔਰ ਇੱਕ ਐਂਬੂਲੈਂਸ ਤਿਆਰ ਬਰ ਤਿਆਰ ਮਿਲਦੀ ਸੀ। ਪਿਛਲੀ ਸਟੇਟ ਜਾਂ ਪਿਛਲੇ ਸੂਬੇ ਦੀ ਸੁਰੱਖਿਆ ਉੱਥੇ ਰੁਕ ਜਾਂਦੀ ਸੀ, ਅਗਲੇ ਸੂਬੇ ਦੀ ਉੱਥੋਂ ਸ਼ੁਰੂ ਹੋ ਜਾਂਦੀ ਸੀ। ਔਰ ਇਸ ਪੂਰੀ ਰਾਈਡ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਸੁਰੱਖਿਆ ਜਿਹੜੀ ਉਹ J&K ਔਰ ਲਦਾਖ ਵਿੱਚ ਦਿੱਤੀ ਗਈ, ਕਿਉਂਕਿ ਇਹ ਦੇਸ਼ ਦੇ ਸੈਂਸਿਟਿਵ ਏਰੀਅਨ ਅਤੇ ਇਸ ਕਰਕੇ ਸਾਨੂੰ ਇੱਥੇ ਬਹੁਤ ਆਰਮੀ ਵੱਲੋਂ ਸੁਰੱਖਿਆ ਦਿੱਤੀ ਗਈ ਔਰ ਸਾਡਾ ਰਹਿਣਾ ਵਗੈਰਾ ਸਭ ਆਰਮੀ ਦੇ ਅੰਡਰ ਸੀ। ਅਸੀਂ ਆਰਮੀ ਦੇ ਟ੍ਰਾਂਜ਼ਿਟ ਕੈਂਪਸ ਵਿੱਚ ਰਹੇ ਜਾ ਕੇ। ਜੰਮੂ ਤੋਂ ਇਹ ਗੱਲ ਸ਼ੁਰੂ ਹੋਈ, ਜੰਮੂ ਟ੍ਰਾਂਜ਼ਿਟ ਕੈਂਪ ਤੋਂ ਸ਼੍ਰੀਨਗਰ ਟ੍ਰਾਂਜ਼ਿਟ ਕੈਂਪ, ਉਹਦੇ ਬਾਅਦ ਲਦਾਖ ਵਿੱਚ ਵੀ ਅਸੀਂ ਟ੍ਰਾਂਜ਼ਿਟ ਕੈਂਪ 'ਚ ਰਹੇ ਕਾਫੀ ਦਿਨ, ਮਤਲਬ 10-12 ਦਿਨ ਅਸੀਂ ਆਰਮੀ ਦੇ ਨਾਲ ਹੀ ਗੁਜ਼ਾਰੇ ਨੇ। ਤਾਂ ਸਾਨੂੰ ਉਹਨਾਂ ਦੀ ਲਾਈਫ ਬਾਰੇ ਜਾਣਨ ਦਾ, ਉਹਨਾਂ ਦੇ ਸਟਰਗਲ ਬਾਰੇ, ਉਹ ਕਿੰਨਾ ਕਠਿਨਾਈਆਂ ਵਿੱਚ ਆਪਣੀ ਜੌਬਸ ਪਰਫਾਰਮ ਕਰਦੇ ਨੇ ਦੇਸ਼ ਦੀ ਸੁਰੱਖਿਆ ਲਈ, ਉਹ ਜਾਣਨ ਦਾ ਵੀ ਬਹੁਤ ਮੌਕਾ ਮਿਲਿਆ। ਗੱਲ ਕਰੀਏ ਤਾਂ ਬੀਇੰਗ ਏ ਸਿੱਖ ਤੁਸੀਂ ਇਕੱਲੇ ਹੀ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਕਿਵੇਂ ਦਾ ਰਿਸਪੌਂਸ ਰਹਿੰਦਾ ਸੀ? ਜਿਵੇਂ ਤੁਸੀਂ ਕਿਤੇ ਜਾ ਕੇ ਖੜੇ ਹੁੰਦੇ ਸੀ, ਕਿਵੇਂ ਲੋਕ ਤੁਹਾਨੂੰ ਅਪਣਾਉਂਦੇ ਸੀ? ਕਿਵੇਂ ਲੱਗਦਾ ਸੀ ਉੱਥੇ ਜਾ ਕੇ ਕਿ ਬਹੁਤ ਵਧੀਆ ਫੀਲ ਹੋ ਰਿਹਾ ਹੈ? ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਦੇਖੋ, ਬੀਇੰਗ ਅ ਸਿੱਖ ਆਲ ਓਵਰ ਇੰਡੀਆ 'ਚ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਬਹੁਤ ਮਾਣ ਮਹਿਸੂਸ ਹੋਇਆ ਇਸ ਗੱਲ ਦਾ ਮੈਨੂੰ ਜਾ ਕੇ ਕਿ ਸਿੱਖ ਬੰਦੇ ਨੂੰ ਕਿੰਨਾ ਆਦਰ ਸਤਿਕਾਰ, ਇਹ ਗੁਰੂ ਮਹਾਰਾਜ ਦੀ ਸਾਡੀ ਜਿਹੜੀ ਦੇਣ ਹੈ ਇਹ ਪੱਗ, ਇਹਨੇ ਮੈਨੂੰ, ਦੇਖੋ ਐਜ਼ ਏ ਇੰਡੀਵਿਜੂਅਲ ਮੈਂ ਕੁਛ ਵੀ ਨਹੀਂ ਹੈ, ਬਟ ਜਿਹੜੇ ਸਿਰ 'ਤੇ ਦਸਤਾਰ ਸਜਾਈ ਹੋਏ, ਪੱਗ ਬੰਨੀ ਹੋਏ ਤੇ ਸਰਦਾਰ ਜੀ ਕਹਿੰਦੇ ਨੇ ਸਾਰੇ। ਅਤੇ ਮੈਨੂੰ ਹਰ ਜਗ੍ਹਾ ਜਿੱਥੇ ਵੀ ਸਾਡਾ ਕੋਈ ਪ੍ਰੋਗਰਾਮ ਹੁੰਦਾ ਸੀ, ਕੋਈ ਇਵੈਂਟ ਹੁੰਦਾ ਸੀ, ਅਤੇ ਖ਼ਾਸ ਤੌਰ 'ਤੇ ਸਰਦਾਰ ਜੀ ਆਪ ਆਗੇ ਆਈਏ ਇੱਦਾਂ ਵਰਡ ਯੂਜ਼ ਕਰਕੇ ਸਾਨੂੰ ਅੱਗੇ ਬੁਲਾਇਆ ਜਾਂਦਾ ਸੀ। ਮੈਨੂੰ ਇਕੱਲੇ ਨੂੰ ਹੀ ਸਾਰਿਆਂ ਨੂੰ ਸਿਟਿੰਗ ਦਿੱਤੀ, ਅਗਰ ਮੈਂ ਪਿੱਛੇ ਆ ਮੈਨੂੰ ਅੱਗੇ ਸੱਦ ਲੈਂਦੇ ਸੀ ਕਿ ਚਲੋ ਪੂਰੇ ਰਾਈਡ 'ਚ ਇੱਕੋ ਹੀ ਸਰਦਾਰ ਹੈ, ਇੱਕੋ ਹੀ ਸਿੱਖ ਹੈ, ਇਹਨੂੰ ਇੱਥੇ ਬਿਠਾਓ, ਅੱਗੇ ਬਿਠਾਓ। ਇਹ ਫਖਰ ਮਹਿਸੂਸ ਹੁੰਦਾ ਹੋਣਾ ਉਸ ਮੈਂ ਦੱਸ ਨਹੀਂ ਸਕਦਾ, ਇਹਦੇ ਬਾਰੇ 'ਚ ਕੋਈ ਵਰਡਸ ਨਹੀਂ ਨੇ। ਇੱਕ ਫੀਲਿੰਗ ਹੈ ਜਿਹੜੀ ਆਪਣੇ ਆਪ 'ਚ ਅੰਦਰ ਮਹਿਸੂਸ ਕੀਤੀ ਜਾ ਸਕਦੀ ਹੈ, ਸੁਣਾਈ ਨਹੀਂ ਜਾ ਸਕਦੀ। ਅਤੇ ਉਹ ਚੀਜ਼ ਬਹੁਤ ਹਰ ਜਗ੍ਹਾ ਜਿੱਥੇ ਕਿਤੇ ਦੁਕਾਨ 'ਤੇ ਗਏ, ਕੁਛ ਲੈਣ ਗਏ, ਅਤੇ ਪਬਲਿਕ ਵੀ, ਜਨਰਲ ਪਬਲਿਕ ਵੀ, ਨਾ ਸਿਰਫ ਐਡਮਿਨਿਸਟ੍ਰੇਸ਼ਨ ਹੀ ਨਹੀਂ, ਜਨਰਲ ਪਬਲਿਕ ਨੇ ਵੀ ਬਹੁਤ ਆਦਰ ਸਨਮਾਨ ਦਿੱਤਾ। ਸਰਦਾਰ ਜੀ ਕਰਕੇ ਹੀ ਬੁਲਾਉਂਦੇ ਰਹੇ। ਔਰ ਕਿਸੇ ਦੇ ਕੋਲ ਕੁਛ ਵੀ ਲੈਣ ਜਾਓ ਤਾਂ ਪਹਿਲੇ ਹੀ ਬਿਠਾ ਕੇ ਚਾਹ ਮੰਗਾ ਲੈਂਦੇ ਸੀਗੇ ਕਿ ਸਰਦਾਰ ਜੀ ਆਓ ਚਾਹ ਪੀਏ। ਤਾਂ ਇੱਦਾਂ ਬੜਾ ਮਾਣ ਮਹਿਸੂਸ ਹੁੰਦਾ ਜੀ। ਬਾਈਕਰ ਰੈਲੀ ਹੋਏ ਤਾਂ ਕਿਆ ਇਹਦੇ 'ਚ ਕੋਈ ਇਸ ਤਰ੍ਹਾਂ ਦਾ ਕੋਈ ਕ੍ਰਾਈਟੇਰੀਆ ਰੱਖਿਆ ਗਿਆ ਸੀ ਕਿ ਬਾਈਕਸ ਦੀ ਸਿਲੈਕਸ਼ਨ ਸੀ ਕਿ ਕੋਈ ਵੀ ਬਾਈਕ ਲੈ ਕੇ ਜਾ ਸਕਦਾ, ਜਾਂ ਇੱਕ ਪਰਟੀਕੂਲਰ ਬਾਈਕ ਦਾ ਕੋਈ ਕ੍ਰਾਈਟੇਰੀਆ ਰੱਖਿਆ ਗਿਆ ਸੀ ਉਹਦੇ ਵਿੱਚ? ਜੀ, ਇਹਦੇ ਵਿੱਚ ਬਾਈਕ ਦਾ ਕੋਈ ਕ੍ਰਾਈਟੇਰੀਆ ਨਹੀਂ ਸੀ। ਲਾਈਕ ਤੁਸੀਂ ਕਿਸੇ ਵੀ ਬ੍ਰਾਂਡ ਦੀ, ਰਾਇਲ ਐਨਫੀਲਡ, ਹੀਰੋ, ਬਜਾਜ, ਕੋਈ ਵੀ ਬਾਈਕ ਲੈ ਕੇ ਜਾ ਸਕਦੇ ਹੋ, ਬਟ 200 cc ਤੋਂ ਅਬਵ ਬਾਈਕਾਂ ਹੀ ਸੀਗੀਆਂ ਸਾਰੀਆਂ, ਤਾਂ ਕਿ ਆਪਸ ਵਿੱਚ ਸਪੀਡ ਮੈਚ ਹੋ ਸਕੇ, ਜਿੱਥੇ ਕਿਤੇ ਟਰੈਵਲ ਕਰਨਾ ਕੋਈ ਦਿੱਕਤ ਨਾ ਆਏ। ਤੋ ਹੈਵੀ ਬਾਈਕਸ ਹੀ ਚਾਹੀਦੀਆਂ ਸੀ, ਕਿਉਂਕਿ ਵਿੱਚ ਰੂਟ ਐਸੇ ਸੀਗੇ ਬਹੁਤ ਆਫ ਰੋਡ, ਜਿੱਦਾਂ ਲਦਾਖ ਹੋ ਗਿਆ, ਨਾਰਥ ਈਸਟ ਜਿਹੜਾ ਹੈ ਸਾਡਾ, ਨਾਗਾਲੈਂਡ ਹੋ ਗਿਆ, ਮਿਜ਼ੋਰਮ, ਮਨੀਪੁਰ, ਉਸ ਤਰਫ ਬਹੁਤ ਟਫ ਰੋਡਸ ਹਨ। ਬੇਸਿਕਲੀ ਉਧਰ ਰੋਡਸ ਇਨਫਰਾਸਟਰਕਚਰ ਬਹੁਤ ਬੈਡ ਹੈ, ਬਿਊਟੀ ਬਹੁਤ ਹੈ ਉਧਰ, ਬਟ ਰੋਡਸ ਇਨਫਰਾਸਟਰਕਚਰ ਬਹੁਤ ਬੈਡ ਹੈ, ਅਤੇ ਉਧਰ ਵਾਸਤੇ ਹੈਵੀ ਬਾਈਕਸ ਹੀ ਰਿਕਮੈਂਡ ਕੀਤੀਆਂ ਗਈਆਂ, ਮਤਲਬ 200 cc ਤੋਂ ਅਬਵ ਬਾਈਕਾਂ ਸਾਰੀਆਂ ਸੀਗੀਆਂ ਜੀ। ਕੀ ਇਸ ਰੈਲੀ ਦੌਰਾਨ ਕੋਈ ਹਾਦਸਾ ਤਾਂ ਨਹੀਂ ਵਾਪਰਿਆ ਕਿ ਜਿਹਦੇ ਕਰਕੇ ਕਿਸੇ ਵੀਰ ਜਾਂ ਭੈਣ ਦੀ ਜਾਨ ਗਈ ਹੋਵੇ? ਜੀ ਹਾਂ, ਇੱਕ ਹਾਦਸਾ, ਮੰਦਭਾਗੀ ਘਟਨਾ ਸਾਡੇ ਨਾਲ ਹੋਈ ਸੀਗੀ ਲਦਾਖ ਵਿੱਚ। ਸਾਡੇ ਇੱਕ ਰਾਈਡਰ ਜਿਨ੍ਹਾਂ ਦਾ ਕਿ ਰਾਈਡਿੰਗ ਕਮਿਊਨਿਟੀ 'ਚ ਬੜਾ ਨਾਮ ਹੈ, ਤਰੁਣ ਵਿਸ਼ਵਾਸ ਨਾਮ ਸੀ ਉਹਨਾਂ ਦਾ, ਕਲਕੱਤਾ ਦੇ ਰਹਿਣ ਵਾਲੇ ਸੀ। ਉਹਨਾਂ ਦਾ ਉੱਥੇ ਨਿਧਨ ਹੋ ਗਿਆ ਸੀ ਲਦਾਖ ਵਿੱਚ ਡਿਊ ਟੂ ਲੈਕ ਆਫ ਆਕਸੀਜਨ। ਉੱਥੇ ਥੋੜ੍ਹੀ ਆਕਸੀਜਨ ਦੀ ਪ੍ਰੋਬਲਮ ਹੈਗੀ ਆ, ਅਤੇ ਉਹ ਉੱਥੇ ਜਾ ਕੇ ਉਹਨਾਂ ਨੂੰ ਥੋੜ੍ਹੀ ਸਾਹ ਦੀ ਪ੍ਰੋਬਲਮ ਬਣੀ ਅਤੇ ਉਹ ਹਾਰਟ ਅਟੈਕ ਵਿੱਚ ਕਨਵਰਟ ਹੋ ਗਈ ਅਤੇ ਉਹਨਾਂ ਦੀ ਉੱਥੇ ਮੌਤ ਹੋ ਗਈ। ਉਹਦੀ ਵਜ੍ਹਾ ਨਾਲ ਅਸੀਂ ਸਾਰੇ ਬਹੁਤ ਦੁਖੀ ਹੋਏ, ਬੜੇ ਸਦਮੇ 'ਚ ਰਹੇ। 3-4 ਦਿਨ ਅਸੀਂ ਉੱਥੇ ਹੀ ਰਹੇ। ਅਸੀਂ ਰਾਈਡ 3 ਦਿਨ, ਸਾਡੀ 4 ਦਿਨ ਰਾਈਡ ਨਹੀਂ ਗਈ। ਫਿਰ ਉਹਨਾਂ ਦੀ ਬਾਡੀ ਨੂੰ ਅਸੀਂ ਸਾਡੀ ਐਡਮਿਨਿਸਟ੍ਰੇਸ਼ਨ ਨੇ ਔਰ ਸਾਡੀ ਜਿਹੜੇ ਆਰਗੇਨਾਈਜ਼ਨ ਟੀਮ ਸੀਗੀ ਉਹਨਾਂ ਨੇ ਉਹਨਾਂ ਦੇ ਘਰ ਪੁਜਵਾਇਆ, ਸਾਡੇ ਮੈਂਬਰ ਨਾਲ ਗਏ, ਉਹਨਾਂ ਦਾ ਅੰਤਿਮ ਸੰਸਕਾਰ ਕਰਵਾ ਕੇ ਜਦੋਂ ਸਾਡੇ ਮੈਂਬਰ ਵਾਪਸ ਆਏ ਅਤੇ ਫਿਰ ਅਸੀਂ ਅੱਗੇ ਰਾਈਡ ਕੰਟੀਨਿਊ ਕੀਤੀ। ਇੰਨੀ ਦੇਰ ਅਸੀਂ ਲਦਾਖ 'ਚ ਹੀ ਬੈਠੇ ਰਹੇ। ਹਰਪ੍ਰੀਤ ਵੀਰ ਜੀ, ਅੱਜ ਕੱਲ੍ਹ ਦੇ ਬੱਚੇ ਵੀ ਬਾਈਕਾਂ ਲੈਂਦੇ ਨੇ ਅਤੇ ਆਪਣੇ ਆਪ ਨੂੰ ਬਾਈਕਰ ਕਹਿਣਾ ਸ਼ੁਰੂ ਕਰ ਦਿੰਦੇ ਨੇ ਅਤੇ ਸਟੰਟਬਾਜ਼ੀਆਂ ਕਰਦੇ ਨੇ, ਜੋ ਕਿ ਆਪਣੀ ਜਾਨ ਦਾ ਬਹੁਤ ਹੀ ਜੋਖਿਮ ਭਰਾ ਚੱਕ ਲੈਂਦੇ ਨੇ, ਜਿਹਦੇ ਕਰਕੇ ਮਾਂ ਬਾਪ ਨੂੰ ਅਤੇ ਘਰਦਿਆਂ ਨੂੰ ਬੜਾ ਪਰੇਸ਼ਾਨ ਹੋਣਾ ਪੈਂਦਾ ਹੈ। ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਕੀ ਉਹ ਬਾਈਕਰ, ਕਿਵੇਂ ਬਾਈਕਰ ਬਣਨ,
ਕਿਵੇਂ ਉਹਨਾਂ ਨੇ ਬਾਈਕ ਚਲਾਉਣੀ ਚਾਹੀਦੀ ਹੈ, ਕਿਵੇਂ ਆਪਣੇ ਟਰੈਕਾਂ ਤੇ ਜਾਣਾ ਚਾਹੀਦਾ ਹੈ, ਅਗਰ ਉਹ ਟਰੈਕਿੰਗ ਤੇ ਜਾਣਾ ਚਾਹੁੰਦੇ ਜਾਂ ਕਿਤੇ ਰਾਈਡ ਤੇ ਜਾਣਾ ਚਾਹੁੰਦੇ ਤਾਂ ਕੀ ਰੂਲਸ ਫੋਲੋ ਕਰਨੇ ਚਾਹੀਦੇ ਨੇ ਉਹਨਾਂ ਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤੇ ਬਾਈਕ ਜਿਹੜੀ ਹੈ, ਬਾਈਕ ਲੈਣਾ ਤੇ ਚਲੋ ਮਾੜੀ ਗੱਲ ਨਹੀਂ। ਬਾਈਕ ਆਪਣਾ ਟਾਈਮ ਬਚਾਉਣ ਵਾਸਤੇ ਜਾਂ ਕੁਝ ਸ਼ੌਂਕ ਵਾਸਤੇ ਮਾਪਿਓ ਵੀ ਸਾਨੂੰ ਲੈ ਕੇ ਦਿੰਦੇ ਨੇ, ਤੇ ਇਸ ਕਰਕੇ ਦਿੰਦੇ ਨੇ ਕਿ ਚਲੋ ਬੱਚਾ ਪੜ੍ਹਨ ਜਾ ਰਿਹਾ ਜਾਂ ਕਿਤੇ ਜਾ ਰਿਹਾ ਤੇ ਉਹਨੂੰ ਟਾਈਮ ਸੇਵਿੰਗ ਹੋਵੇ। ਚਲੋ ਉਹਨੂੰ ਅਸੀਂ ਆਪਣੇ ਸ਼ੌਂਕ ਵਿੱਚ ਕਨਵਰਟ ਕਰ ਲੈਂਦੇ ਹਾਂ, ਅੱਛਾ ਲੱਗਦਾ ਹੈ, ਉਹ ਵੀ ਇੱਕ ਅੱਛੀ ਚੀਜ਼ ਹੈ। ਬਟ ਸੇਫਟੀ ਦਾ ਹਮੇਸ਼ਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਆਪਣੀ ਸੇਫਟੀ ਦਾ ਵੀ ਔਰ ਰੋਡ 'ਤੇ ਹੋਰ ਚੱਲਣ ਵਾਲਿਆਂ ਦੀ ਸੇਫਟੀ ਦਾ ਵੀ। ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ, ਕਿਉਂਕਿ ਇੱਕ ਇੰਗਲਿਸ਼ ਵਿੱਚ ਕਹਾਵਤ ਹੈ ਕਿ ਸਪੀਡ ਥ੍ਰਿਲਸ ਬਟ ਕਿਲਸ, ਤੇ ਉਸ ਚੀਜ਼ ਤੋਂ ਥੋੜ੍ਹਾ ਜਿਹਾ ਪ੍ਰੇਰਨਾ ਲੈਣੀ ਚਾਹੀਦੀ ਹੈ। ਸਪੀਡ ਅੱਛੀ ਲੱਗਦੀ ਹੈ, ਲੇਕਿਨ ਦੇਖੋ 10 ਵਾਰ ਵਿੱਚੋਂ 9 ਵਾਰ ਤੁਸੀਂ ਹੈਪਨਿੰਗ ਵਿੱਚ ਆ ਜਾਂਦੇ ਹੋ, ਲੇਕਿਨ ਇੱਕ ਵਾਰੀ ਮਿਸ ਹੈਪਨਿੰਗ ਵਿੱਚ ਵੀ ਆ ਸਕਦੇ ਹੋ। ਤੇ ਉਹ ਮਿਸ ਹੈਪਨਿੰਗ ਜਿਹੜੀ ਹੈ ਤੁਹਾਡੇ ਪਰਿਵਾਰ ਨੂੰ ਵੀ ਬੜੀ ਪਿੱਛੇ ਲੈ ਜਾਂਦੀ ਹੈ, ਔਰ ਤੁਹਾਨੂੰ ਤੇ ਨੁਕਸਾਨ ਹੁੰਦਾ ਹੀ ਹੈ, ਜਾਨ ਮਾਲ ਦਾ ਵੀ ਹੁੰਦਾ ਹੈ, ਇੰਜਰੀਜ਼ ਵੀ ਹੁੰਦੀਆਂ ਹਨ। ਬਟ ਮਾਂ ਪਿਓ ਨੂੰ ਬਹੁਤ ਸਦਮਾ ਲੱਗਦਾ ਹੈ, ਸਾਡੇ ਯੂਥ ਦੀ ਇੱਕ ਗਲਤੀ ਦੀ ਵਜ੍ਹਾ ਨਾਲ ਪੂਰਾ ਪਰਿਵਾਰ ਟੁੱਟ ਜਾਂਦਾ ਹੈ। ਤੋ ਇਸ ਚੀਜ਼ ਤੋਂ ਥੋੜ੍ਹੀ ਸਟੰਟਬਾਜ਼ੀ ਤੋਂ ਥੋੜ੍ਹਾ ਦੂਰ ਰਹਿਣਾ ਚਾਹੀਦਾ ਹੈ, ਔਰ ਜਿਹੜੇ ਸਟੰਟ ਕਰਦੇ ਨੇ ਉਹਨਾਂ ਨੂੰ ਆਪਣੇ ਨਾਮ ਦੇ ਅੱਗੇ ਕਮ ਸੇ ਕਮ ਰਾਈਡਰ ਨਹੀਂ ਲਗਾਉਣਾ ਚਾਹੀਦਾ, ਕਿਉਂਕਿ ਰਾਈਡਿੰਗ ਕੁਛ ਹੋਰ ਚੀਜ਼ ਹੈ ਔਰ ਸਟੰਟ ਕੁਛ ਹੋਰ ਚੀਜ਼ ਹੈ। ਔਰ ਮੈਂ ਸਾਰਿਆਂ ਨੂੰ, ਯੂਥ ਨੂੰ ਇਹ ਐਡਵਾਈਜ਼ ਕਰਨਾ ਚਾਹਾਂਗਾ ਕਿ ਆਪਣੇ ਇਸ ਸ਼ੌਂਕ ਨੂੰ ਜ਼ਰੂਰ ਰੱਖੋ। ਬਾਈਕਿੰਗ ਕੋਈ ਬੁਰੀ ਚੀਜ਼ ਨਹੀਂ ਹੈ, ਬਹੁਤ ਅੱਛੀ ਚੀਜ਼ ਹੈ, ਫਰੀडम ਫੀਲ ਹੁੰਦੀ ਹੈ, ਤਣਾਅ ਘਟਦਾ ਹੈ, ਲੇਕਿਨ ਉਹਨੂੰ ਉਸ ਤਰ੍ਹਾਂ ਨਾ ਲਿਆ ਜਾਏ ਕਿ ਤੁਸੀਂ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਤੁਸੀਂ ਸਟੰਟ ਕਰੋ ਔਰ ਆਪਣੀ ਜਾਨ ਔਰ ਕਿਸੇ ਹੋਰ ਦੀ ਜਾਨ ਨੂੰ ਵੀ ਜੋਖਿਮ ਵਿੱਚ ਲਿਆਓ। ਦੂਸਰਾ, ਐਡਵੈਂਚਰ ਟੂਰਿੰਗ ਵਿੱਚ ਆਓ, ਆਪਣੇ ਸੂਬੇ ਨੂੰ ਐਕਸਪਲੋਰ ਕਰੋ, ਆਪਣੀ ਕੰਟਰੀ ਨੂੰ ਐਕਸਪਲੋਰ ਕਰੋ, ਜਗ੍ਹਾ ਅਲੱਗ-ਅਲੱਗ ਜਗ੍ਹਾ ਜਾਓ, ਦੇਖੋ ਆਪਣਾ ਦੇਸ਼ ਕੈਸਾ ਹੈ, ਆਪਣੀ ਸਟੇਟ ਕੈਸੀ ਹੈ, ਤੇ ਬਿਊਟੀ ਦੇਖੋ। ਹਿਲਸ 'ਤੇ ਜਾਓ, ਪਲੇਨਸ 'ਤੇ ਰਾਈਡ ਕਰੋ, ਕੋਸਟਲ ਰਾਈਡਸ ਇੰਨੀਆਂ ਅੱਛੀਆਂ ਹਨ ਸਾਡੇ ਦੇਸ਼ 'ਤੇ। ਸਾਊਥ ਵਿੱਚ ਕੋਸਟਲ ਰਾਈਡਸ ਕੀਤੀਆਂ ਅਸੀਂ, ਕੋਸਟਲ ਹਾਈਵੇਜ਼ 'ਤੇ, ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਇਹਨਾਂ ਚੀਜ਼ਾਂ ਵਿੱਚ ਆਓ, ਸਟੰਟ ਵਿੱਚ ਕੁਛ ਨਹੀਂ ਰੱਖਿਆ। ਇਹ ਤੁਸੀਂ ਸਾਲ 2 ਸਾਲ 3 ਸਾਲ ਕਰ ਵੀ ਲਓਗੇ ਤੇ ਲੇਕਿਨ ਆਪਣਾ ਸਰੀਰ ਤੁੜਵਾ ਲਓਗੇ ਜਾਂ ਜਾਨ ਤੋਂ ਚਲੇ ਜਾਓਗੇ ਤੇ ਉਹਦਾ ਕੋਈ ਫਾਇਦਾ ਨਹੀਂ। ਹਰਪ੍ਰੀਤ ਵੀਰ ਜੀ, ਜਾਣਨਾ ਚਾਹਾਂਗੇ ਜਿਵੇਂ ਜਿਵੇਂ ਸਟੇਟਾਂ 'ਚ ਐਂਟਰ ਹੁੰਦੇ ਗਏ, ਤੁਸੀਂ ਦੱਸਿਆ ਕਿ ਬਹੁਤ ਹੀ ਵਧੀਆ ਰਿਸਪੌਂਸ ਰਿਹਾ। ਕਿਆ ਕੋਈ ਕੁਝ ਯਾਦਗਾਰ ਪਲ ਹੁੰਦੇ ਨੇ ਕਿ ਇਸ ਸਟੇਟ ਵਿੱਚ ਗਏ ਤੇ ਇੱਦਾਂ ਦਾ ਸਾਡੇ ਨਾਲ ਯਾਦਗਾਰ ਪਲ ਰਿਹਾ? ਕੋਈ ਯਾਦਗਾਰ ਪਲ ਉਹ ਵੀ ਸਾਡੇ ਨਾਲ ਇੱਕ ਸਾਂਝਾ ਕਰੋ ਜੀ। ਜੀ ਬਿਲਕੁਲ, ਜਿਸ ਸੂਬੇ ਵਿੱਚ, ਜਿਸ ਸਟੇਟ ਵਿੱਚ ਅਸੀਂ ਐਂਟਰ ਕਰਦੇ ਰਹੇ, ਉੱਥੇ ਦੀ ਸਰਕਾਰਾਂ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ, ਉੱਥੇ ਦੇ ਮੋਟਰਸਾਈਕਲ ਕਲੱਬਾਂ ਵੱਲੋਂ ਸਾਡਾ ਬਹੁਤ ਹੀ ਆਦਰ ਸਤਿਕਾਰ ਕੀਤਾ ਗਿਆ। ਸਾਨੂੰ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਤਰੀਕੇ ਨਾਲ ਸਰੋਪੇ ਦਿੱਤੇ ਗਏ, ਟਰੋਫੀਆਂ ਦਿੱਤੀਆਂ ਗਈਆਂ ਜੀ। ਸਭ ਤੋਂ ਪਹਿਲਾਂ ਤਾਂ ਇਹ ਸਾਡੀ ਜਿਹੜੀ ਰਾਈਡ ਸੀਗੀ, ਇਹ ਉਹਦਾ ਫਲੈਗ ਹੈ ਆਫੀਸ਼ੀਅਲ, ਜਿਹਨੂੰ ਫੋਲੋ ਕਰਕੇ ਅਸੀਂ ਅੱਗੇ ਕੰਟੀਨਿਊ ਕੀਤੀ ਆਪਣੀ। ਇਹਦੇ ਉੱਪਰ ਲਿਖਿਆ ਜੀ 75th ਐਨੀਵਰਸਰੀ ਜਿਹੜੀ ਹੈ ਸਾਡੀ ਇੰਡੀਅਨ ਇੰਡੀਪੈਂਡੈਂਸ ਦੀ, ਉਹ ਮਨਾਈ ਗਈ ਹੈ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਫਰੀडम ਮੋਟੋ ਰਾਈਡ। ਇਹਦੇ ਵਿੱਚ ਫਿਟ ਇੰਡੀਆ ਮੂਵਮੈਂਟ ਦਾ ਵੀ ਬਹੁਤ ਵੱਡਾ ਰੋਲ ਹੈ, ਜਿਹਨੂੰ ਅਸੀਂ ਪ੍ਰਮੋਟ ਕਰਨਾ ਸੀਗਾ। ਤੇ ਇਹਦੇ ਬਾਅਦ ਅਸੀਂ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਇਹ ਸਰੋਪੇ ਨੇ, ਇਹ ਸਾਨੂੰ ਮਦੁਰਈ ਵਿੱਚ ਮਿਲਿਆ ਸੀ, ਇਹ ਤਮਿਲਨਾਡੂ, ਇਹ ਕਰਨਾਟਕਾ, ਇਹ ਸਾਨੂੰ ਤ੍ਰਿਪੁਰਾ ਮਿਲਿਆ, ਇਹ ਬਿਹਾਰ 'ਚ ਮਿਲਿਆ, ਇਹ ਮਣੀਪੁਰ 'ਚ ਮਿਲਿਆ। ਇਸੇ ਤਰ੍ਹਾਂ ਹੀ ਇਹ ਸਾਰੇ ਸਰੋਪੇ ਅਲੱਗ-ਅਲੱਗ ਸਟੇਟਾਂ 'ਚ ਸਾਨੂੰ ਮਿਲਦੇ ਰਹੇ, ਇਹ ਅਸਾਮ ਵਿੱਚ ਮਿਲੇ। ਤੇ ਇਸ ਤਰ੍ਹਾਂ ਹੀ ਅੱਗੇ ਮੈਂ ਤੁਹਾਨੂੰ ਦਿਖਾਉਂਦਾ ਸਾਡੀ ਰਾਈਡਿੰਗ ਕਮਿਊਨਿਟੀ ਵਿੱਚ ਇਹ ਜਿਹੜੇ ਤੁਸੀਂ ਬੈਜਿਸ ਔਰ ਸਟਿੱਕਰ ਦੇਖ ਰਹੇ ਹੋ, ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਇਹਨਾਂ ਨੂੰ ਸਾਡੀ ਅਚੀਵਮੈਂਟਸ ਰਾਈਡਿੰਗ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਮੰਨੀਆਂ ਜਾਂਦੀਆਂ ਹਨ ਕਿ ਕੌਣ ਕਿੰਨੇ ਕਲੱਬਸ ਦੇ ਨਾਲ ਵਿਜ਼ਿਟ ਕਰ ਚੁੱਕਾ ਹੈ, ਮਿਲ ਚੁੱਕਾ ਹੈ ਔਰ ਕਿੰਨੀ ਦੂਰ ਟਰੈਵਲ ਕਰ ਚੁੱਕਾ ਹੈ। ਇਹਨਾਂ ਚੀਜ਼ਾਂ ਤੋਂ ਉਹ ਚੀਜ਼ ਸਾਡੇ 'ਚ ਸਨਮਾਨਿਤ ਗਿਣੀ ਜਾਂਦੀ ਹੈ। ਸੋ ਇਸੇ ਤਰ੍ਹਾਂ ਇਹ ਸਾਰੇ ਸਟਿੱਕਰਸ ਵਗੈਰਾ ਤੁਸੀਂ ਦੇਖ ਰਹੇ ਹੋ ਸਾਰੇ ਸਟੇਜ ਸਾਹਮਣੇ ਲੱਗੇ ਹੋਏ, ਤੇ ਇਹ ਬੈਜਿਸ ਨੇ। ਤੇ ਉਹਦੇ ਬਾਅਦ ਇਹ ਮੈਂ ਤੁਹਾਨੂੰ ਟਰੋਫੀ ਦੱਸਣਾ ਚਾਹੁੰਦਾ। ਇਹ ਜਿਹੜੀ ਟਰੋਫੀ ਹੈ, ਇਹ ਮੈਨੂੰ ਆਲ ਇੰਡੀਆ ਮੋਟਰਸਾਈਕਲ ਰੈਲੀ ਵਿੱਚ ਮਿਲੀ ਸੀ, ਰਾਇਲ ਇਨਫੀਲਡ ਦੁਆਰਾ ਹੋਈ ਸੀ ਇਹ 2017 ਵਿੱਚ, ਤੇ ਆਲ ਇੰਡੀਆ ਸੈਕਿੰਡ ਪੋਜੀਸ਼ਨ ਆਈ ਸੀ। ਤੇ ਇਹ ਉਹਦੀ ਟਰੋਫੀ ਹੈ। ਉਹਦੇ ਬਾਅਦ ਇਹ ਸਾਨੂੰ ਗੁਜਰਾਤ ਵਿੱਚ ਐਜ਼ ਏ ਮੋਮੈਂਟੋ ਦਿੱਤਾ ਗਿਆ। ਉਹਦੇ ਬਾਅਦ ਇਹ ਸਾਨੂੰ ਗੋਆ ਵਿੱਚ ਤੁਸੀਂ ਦੇਖ ਰਹੇ ਹੋ, ਇਹ ਸਾਨੂੰ ਗੋਆ ਦੀ ਗਵਰਨਮੈਂਟ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ, ਔਰ ਇਹ ਵੀ ਸਾਨੂੰ ਇੱਕ ਉੱਥੇ ਦੇ ਕਲੱਬ ਵੱਲੋਂ ਟਰੋਫੀਜ਼ ਵਗੈਰਾ ਵੀ ਦਿੱਤੀਆਂ ਗਈਆਂ। ਉਹਦੇ ਬਾਅਦ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਹ ਸਰਟੀਫਿਕੇਟ ਸਾਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ, ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਮਿਲਿਆ, ਜਿਹਦੇ ਵਿੱਚ ਮੈਨਸ਼ਨਡ ਹੈ ਕਿ ਅਸੀਂ 9 ਸਤੰਬਰ ਤੋਂ ਲੈ ਕੇ ਤੇ 24 ਨਵੰਬਰ ਤੱਕ ਆਲ ਇੰਡੀਆ ਰਾਈਡ ਕੀਤੀ ਹੈ, ਫਰੀडम ਮੋਟੋ ਰਾਈਡ। ਤਾਂ ਸਭ ਤੋਂ ਯਾਦਗਾਰ ਜਿਹੜਾ ਉਹਦੇ ਵਿੱਚ ਅਸੀਂ ਜਦੋਂ ਉੱਤਰ ਪ੍ਰਦੇਸ਼ ਐਂਟਰ ਕੀਤਾ, ਉੱਥੇ ਦੇ
ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਜੀ ਸਾਡਾ ਵੈਲਕਮ ਕੀਤਾ। ਉਹਨਾਂ ਨੇ ਆਪਣੇ ਗ੍ਰਹਿ ਵਿਖੇ ਬੁਲਾ ਕੇ ਉਹਨਾਂ ਨੇ ਸਾਨੂੰ ਇੱਤਰ ਗਿਫਟ ਕੀਤੇ ਤੇ ਨਾਲ ਇਹ ਸੰਦੇਸ਼ ਦਿੱਤਾ ਕਿ ਜਿਸ ਤਰ੍ਹਾਂ ਇਹ ਇੱਤਰ ਦੀ ਖੁਸ਼ਬੂ ਜਿਹੜੀ ਇਹਨੂੰ ਕੋਈ ਰੋਕ ਨਹੀਂ ਸਕਦਾ, ਤੁਸੀਂ ਵੀ ਇੱਕ ਰਾਈਡ ਤੇ ਨਿਕਲਿਓ, ਇੱਕ ਮਿਸ਼ਨ ਤੇ ਨਿਕਲਿਓ ਤੇ ਇਸ ਰਾਈਡ ਦਾ ਜਿਹੜਾ ਮਿਸ਼ਨ ਹੈ ਫਿਟ ਇੰਡੀਆ, ਜਿਹਦੇ ਵਿੱਚ ਅਸੀਂ ਇਹ ਮੈਸੇਜ ਦੇਣ ਨਿਕਲੇ ਸੀ ਕਿ ਸਾਰਿਆਂ ਨੂੰ ਆਪਣੀ ਡੇਲੀ ਰੂਟੀਨ ਵਿੱਚੋਂ ਦਿਨ ਵਿੱਚ ਅੱਧੇ ਤੋਂ 1 ਘੰਟਾ ਕੱਢ ਕੇ ਆਪਣਾ ਵਿਆयाम ਕਰਨਾ ਚਾਹੀਦਾ, ਐਕਸਰਸਾਈਜ਼ ਕਰਨੀ ਚਾਹੀਦੀ, ਆਪਣੇ ਆਪ ਨੂੰ ਫਿਟ ਰੱਖਣਾ ਚਾਹੀਦਾ ਤਾਂ ਕਿ ਦੇਸ਼ ਫਿਟ ਰਹਿ ਸਕੇ, ਬਿਮਾਰੀਆਂ ਘਟਣ। ਉਸ ਚੀਜ਼ ਨੂੰ ਇਸ ਇੱਤਰ ਦੀ ਤਰ੍ਹਾਂ ਉਸ ਸੰਦੇਸ਼ ਨੂੰ ਪੂਰੇ ਮੁਲਕ ਵਿੱਚ ਫੈਲਾਇਆ ਜਾਏ। ਉਹਨਾਂ ਨੇ ਇਸ ਸੰਦੇਸ਼ ਵੀ ਦਿੱਤਾ ਸਾਨੂੰ, ਤਾਂ ਬੜਾ ਅੱਛਾ ਰਿਹਾ। ਉਹਨਾਂ ਨਾਲ ਉਹ ਪਲ ਜਿਹੜੇ ਸੀਗੇ ਬੜੇ ਯਾਦਗਾਰ ਰਹੇ ਸਾਡੇ। ਕਿਆ ਕੋਈ ਆਪਣੀ ਲਾਈਫ ਦੀ ਹਰਪ੍ਰੀਤ ਵੀਰ ਜੀ ਤੁਸੀਂ ਕੋਈ ਐਸੀ ਘਟਨਾ ਸ਼ੇਅਰ ਕਰਨਾ ਚਾਹੋਗੇ ਜੋ ਕਿ ਆਉਣ ਵਾਲੀ ਜਨਰੇਸ਼ਨ ਵਾਸਤੇ ਤਾਂ ਜਾਂ ਮੇਰੇ ਵੀਰ ਜੋ ਬਾਈਕਿੰਗ ਕਰਦੇ ਨੇ ਉਹਨਾਂ ਲਈ ਇੱਕ ਮੋਟੀਵੇਸ਼ਨ ਬਣ ਜਾਏ? ਕੋਈ ਆਪਣੀ ਲਾਈਫ ਦਾ ਇੱਕ ਇਸ ਤਰ੍ਹਾਂ ਦਾ ਕੋਈ ਇੱਕ ਸ਼ੇਅਰ ਕਰ ਸਕਦਾ? ਦੇਖੋ ਐਕਸਪੀਰੀਅੰਸ ਤਾਂ ਬਹੁਤ ਹਨ, ਕਈ ਲਾਈਫ ਤੋਂ ਲੈਸਨ ਦੇ ਜਾਂਦੇ ਨੇ, ਕੁਝ ਨੁਕਸਾਨ ਵੀ ਕਰ ਜਾਂਦੇ। ਮੇਰਾ 2018 'ਚ ਐਕਸੀਡੈਂਟ ਵੀ ਹੋਇਆ ਸੀ ਹਾਈਵੇ 'ਤੇ। ਮੈਂ ਰਾਈਡ ਦੇ ਦੌਰਾਨ ਮਤਲਬ ਪਰਟੀਕੂਲਰਲੀ ਰਾਈਡ ਨਹੀਂ ਸੀ, ਪਰ ਮੈਂ ਬਾਈਕ 'ਤੇ ਸੀ। ਰਾਈਡਿੰਗ ਇਵੈਂਟ ਜਾਂ ਰਾਈਡਿੰਗ ਵਿੱਚ ਮੈਂ ਪਾਰਟੀਸਪੇਟ ਨਹੀਂ ਸੀ ਕਰਨ ਜਾ ਰਿਹਾ, ਪਰਸਨਲੀ ਮੈਂ ਰਾਈਡ 'ਤੇ ਸੀ ਔਰ ਉੱਥੇ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਮੇਰੇ ਦੋਨੋਂ ਹੱਥ ਡੈਮੇਜ ਹੋ ਗਏ ਸੀਗੇ। ਲੇਕਿਨ ਉਹਦੇ ਬਾਵਜੂਦ ਵੀ ਮੈਂ ਹੌਸਲਾ ਰੱਖਿਆ ਕਿਉਂਕਿ ਮੈਨੂੰ ਇਹਦੇ ਨਾਲ ਬਹੁਤ ਜੁੜਾਵ ਹੈ ਬਾਈਕਿੰਗ ਨਾਲ, ਤਾਂ ਮੈਂ ਉਸ ਚੀਜ਼ ਨੂੰ ਛੱਡਿਆ ਨਹੀਂ। ਮੈਨੂੰ ਫੈਮਿਲੀ ਨੇ ਵੀ ਪਹਿਲੇ ਬਹੁਤ ਇਸ ਤਰ੍ਹਾਂ ਕਿਹਾ ਕਿ ਨਹੀਂ ਦੇਖ, ਤੇਰੇ ਨਾਲ ਇੰਨਾ ਵੱਡਾ ਹਾਦਸਾ ਹੋਇਆ, ਤੂੰ ਇਹ ਛੱਡ ਦੇ, ਸਾਡੇ ਕੋਲ ਕਾਰ ਹੈ, ਕਾਰ ਲੈ ਕੇ ਜਾਇਆ ਕਰ। ਲੇਕਿਨ ਦਿਲ ਨਹੀਂ ਮੰਨਦਾ, ਉਹ ਥੋੜ੍ਹਾ ਸ਼ੌਂਕ ਦਾ ਵੀ ਹੁੰਦਾ ਹੈ ਅਤੇ ਲੇਕਿਨ ਉਹ ਰਾਈਡਿੰਗ ਮੈਂ ਕੰਟੀਨਿਊ ਰੱਖੀ, ਸੇਫਟੀ ਵੱਲ ਧਿਆਨ ਦਿੱਤਾ ਅਤੇ ਇਸ ਕਰਕੇ ਮੈਂ ਉਹਨੂੰ ਅੱਜ ਵੀ ਕੰਟੀਨਿਊ ਕਰ ਰਿਹਾ। ਸਾਡੇ ਨਾਲ ਅੱਜ ਵੀਰ ਹਰਪ੍ਰੀਤ ਸਿੰਘ ਜੀ ਜੋ ਕਿ ਇੱਕ ਰਾਈਡਰ ਨੇ, ਬਾਈਕਰ ਨੇ, ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਗੱਲ ਕੀਤੀ, ਇੱਕ ਬਹੁਤ ਹੀ ਵਧੀਆ ਐਡਵਾਈਸ ਦਿੱਤੀ ਹੈ ਕਿ ਲਾਈਫ 'ਚ ਚੋਟ ਲੱਗਣਾ ਵੱਡੀ ਗੱਲ ਨਹੀਂ ਹੈ, ਮੋਟੀਵੇਟ ਰਹਿਣਾ ਆਪਣੇ ਗੋਲ ਨੂੰ ਰਹਿ ਕੇ ਬਹੁਤ ਵੱਡੀ ਗੱਲ ਹੈ ਜੀ। ਤਾਂ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟ੍ਰੈਫਿਕ ਰੂਲਾਂ ਨੂੰ ਫੋਲੋ ਕੀਤਾ ਜਾਵੇ, ਸਟੰਟਬਾਜ਼ੀ ਨਾ ਕੀਤੀ ਜਾਵੇ। ਸਟੰਟਬਾਜ਼ੀ ਕਰਨ ਨਾਲ ਕਿਤੇ ਇਹ ਨਾ ਹੋ ਜਾਵੇ ਕਿ ਤੁਹਾਨੂੰ ਚੋਟ ਲੱਗ ਜਾਏ ਅਤੇ ਪੂਰਾ ਪਰਿਵਾਰ ਹੀ ਪਰੇਸ਼ਾਨੀ ਵਿੱਚ ਆ ਜਾਵੇ। ਇਸੇ ਤਰ੍ਹਾਂ ਹੋਰ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਕਰਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।